ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ। ਫਰੈਂਡਸ, ਅੱਜ ਦੀ ਇਸ ਵੀਡੀਓ ਲੈਕਚਰ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਟੀਚਰ ਐਲੀਜੀਬਿਲਟੀ ਟੈਸਟ ਦੇ ਵਿੱਚ ਜੋ ਇੰਗਲਿਸ਼ ਦਾ ਸਿਲੇਬਸ ਆਉਂਦਾ ਹੈ ਉਹਦੇ ਵਿੱਚੋਂ ਕੁਝ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ, ਉਹਨਾਂ ਨੂੰ ਅਸੀਂ ਇਸ ਵੀਡੀਓ ਵਿੱਚ ਸੋਲਵ ਕਰਾਂਗੇ। ਸੋ ਵੀਡੀਓ ਨੂੰ ਸਟਾਰਟ ਕਰਦੇ ਹਾਂ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਨੋਟੀਫਿਕੇਸ਼ਨ ਜਾਂ ਇੱਦਾਂ ਦੀ ਵੀਡੀਓਜ਼ ਤੁਹਾਨੂੰ ਹੋਰ ਮਿਲਦੀਆਂ ਰਹਿਣ। ਤਾਂ ਚਲੋ ਫਰੈਂਡਸ ਸਟਾਰਟ ਕਰਦੇ ਹਾਂ। ਫਸਟ ਵਨ, ਸਟੱਡੀ ਆਫ ਸਟਰਕਚਰ ਆਫ ਸੈਂਟੈਂਸ। ਜਿਹੜੀ ਸੈਂਟੈਂਸ ਦੇ ਸਟਰਕਚਰ ਦੀ ਸਟੱਡੀ ਹੁੰਦੀ ਹੈ, ਉਹਦੀ ਬਣਤਰ ਦੀ ਸਟੱਡੀ ਹੁੰਦੀ ਹੈ, ਉਹਨੂੰ ਅਸੀਂ ਬੋਲਾਂਗੇ ਜੀ ਸਿੰਟੈਕਸ। ਥਿਊਰੀ ਆਫ ਲੈਂਗੁਏਜ ਇਜ਼ ਗ੍ਰਾਮਰ ਨੂੰ ਅਸੀਂ ਕੀ ਬੋਲਦੇ ਹਾਂ? ਥਿਊਰੀ ਆਫ ਲੈਂਗੁਏਜ ਜਾਂ ਫਿਰ ਸੈੱਟ ਆਫ ਰੂਲਸ ਆਫ ਲੈਂਗੁਏਜ। ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਜਿਹੜੇ ਉਹਦੇ ਰੂਲਸ ਹੁੰਦੇ ਨੇ ਉਹਨਾਂ ਨੂੰ ਅਸੀਂ ਬੋਲਦੇ ਹਾਂ ਗ੍ਰਾਮਰ। ਤਾਂ ਦੋਸਤੋ ਇਹਨਾਂ ਨੂੰ ਧਿਆਨ ਨਾਲ ਦੇਖੀ ਜਾਣਾ, ਕਿਉਂਕਿ ਇੱਦਾਂ ਦੇ ਕੁਐਸਚਨ ਉਹ ਡਾਇਰੈਕਟਲੀ ਵੀ ਪੁੱਛ ਸਕਦੇ ਨੇ ਜਾਂ ਫਿਰ ਇਹਨਾਂ ਦੇ ਨਾਲ ਰਿਲੇਟਡ ਵੀ ਇੱਦਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ। ਸੋ ਥਰਡ ਦੇਖੋ ਜੀ, ਸਟੱਡੀ ਆਫ ਮੀਨਿੰਗਸ ਐਂਡ ਵਰਡਸ। ਮਤਲਬ ਜੋ ਮੀਨਿੰਗਸ ਦੀ ਸਟੱਡੀ ਹੈ ਜਾਂ ਫਿਰ ਵਰਡਸ ਦੀ ਸਟੱਡੀ ਹੈ। ਜਿਵੇਂ ਅਸੀਂ ਕਿਸੇ ਵਰਡ ਦਾ ਮੀਨਿੰਗ ਸਰਚ ਕਰਦੇ ਹਾਂ ਤਾਂ ਉਹਨੂੰ ਅਸੀਂ ਬੋਲਾਂਗੇ ਸਿਮੈਂਟਿਕਸ। ਨੈਕਸਟ ਵਨ, ਡਾਇਨਾਮਿਕ ਗ੍ਰਾਮਰ, ਚੇਂਜ ਅਪ ਟੂ ਡੇਟ। ਮੀਨਸ ਜਿਹੜੀ ਗ੍ਰਾਮਰ ਚੇਂਜ ਹੁੰਦੀ ਰਹਿੰਦੀ ਹੈ, ਅਪ ਟੂ ਡੇਟ ਹੁੰਦੀ ਰਹਿੰਦੀ ਹੈ, ਡਾਇਨਾਮਿਕ ਹੋਵੇ ਜਿਹੜੀ, ਉਹਨੂੰ ਅਸੀਂ ਬੋਲਦੇ ਹਾਂ ਡਿਸਕ੍ਰਿਪਟਿਵ ਗ੍ਰਾਮਰ। ਅਨਦਰ ਵਨ, ਗ੍ਰਾਮਰ ਇਨ ਵਿਚ ਨੋ ਚੇਂਜ ਔਰ ਓਲਡ। ਜਿਹੜੀ ਗ੍ਰਾਮਰ ਓਲਡ ਹੁੰਦੀ ਹੈ, ਪੁਰਾਣੀ ਹੁੰਦੀ ਹੈ, ਜਾਂ ਉਸਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਉਹਦੇ ਰੂਲ ਨੂੰ ਇੰਪਰੋਵਾਈਜ਼ ਨਹੀਂ ਕੀਤਾ ਜਾ ਸਕਦਾ, ਉਹਨੂੰ ਬਦਲਿਆ ਨਹੀਂ ਜਾ ਸਕਦਾ, ਦੈਟ ਇਜ਼ ਪ੍ਰੈਸਪੈਕਟਿਵ ਗ੍ਰਾਮਰ। ਨੈਕਸਟ ਵਨ, ਐਗਜ਼ਾਮਪਲਸ ਆਰ ਗਿਵਨ ਫਸਟ ਦੈਨ ਰੂਲਸ। ਮਤਲਬ ਜੋ ਇਸ ਤਰ੍ਹਾਂ ਦੀ ਸਟੱਡੀ ਹੁੰਦੀ ਹੈ ਜਿਹਦੇ ਵਿੱਚ ਪਹਿਲਾਂ ਐਗਜ਼ਾਮਪਲਸ ਦਿੱਤੀਆਂ ਜਾਣ ਅਤੇ ਫਿਰ ਉਹਦੇ ਰੂਲਸ ਦੱਸੇ ਜਾਣ, ਉਹਨੂੰ ਅਸੀਂ ਬੋਲਦੇ ਹਾਂ ਇੰਡਕਟਿਵ ਮੈਥਡ ਜਾਂ ਫਿਰ ਇੰਡਕਟਿਵ ਐਪਰੋਚ। ਰੂਲਸ ਆਰ ਟੋਲਡ ਫਸਟ ਦੈਨ ਐਗਜ਼ਾਮਪਲਸ। ਇਹ ਉਸ ਤੋਂ ਥੋੜ੍ਹਾ ਉਲਟਾ ਹੋ ਜਾਣਾ ਹੈ। ਮੀਨਸ ਰੂਲਸ ਆਰ ਟੋਲਡ ਫਸਟ, ਪਹਿਲਾਂ ਰੂਲਸ ਦੱਸੇ ਜਾਣ ਅਤੇ ਉਸ ਤੋਂ ਬਾਅਦ ਫਿਰ ਐਗਜ਼ਾਮਪਲਸ ਦਿੱਤੀਆਂ ਜਾਣ। ਡਿਡਕਟਿਵ ਮੈਥਡ, ਉਹਨੂੰ ਅਸੀਂ ਬੋਲਾਂਗੇ ਡਿਡਕਟਿਵ ਮੈਥਡ। ਨੈਕਸਟ ਸਿਮਿਲਰਲੀ ਇੱਦਾਂ ਹੀ ਹੈ, ਜਨਰਲਾਈਜੇਸ਼ਨ ਟੂ ਐਪਲੀਕੇਸ਼ਨ ਡਿਡਕਟਿਵ, ਫਰੋਮ ਲਾਅ ਟੂ ਓਬਜ਼ਰਵੇਸ਼ਨ ਡਿਡਕਟਿਵ। ਮੀਨਸ ਪਹਿਲਾਂ ਰੂਲਸ ਹੋਣਗੇ, ਫਿਰ ਓਬਜ਼ਰਵੇਸ਼ਨ ਹੋਏਗੀ ਜਾਂ ਐਪਲੀਕੇਸ਼ਨ ਹੋਏਗਾ, ਉਸ ਦਾ ਯੂਜ਼ ਹੋਏਗਾ, ਤਾਂ ਉਹ ਵਾਲੇ ਸਾਰੇ ਮੈਥਡ ਹੁੰਦੇ ਨੇ ਡਿਡਕਟਿਵ ਮੈਥਡ ਜਾਂ ਡਿਡਕਟਿਵ ਐਪਰੋਚ। ਉਸ ਤੋਂ ਉਲਟਾ ਐਪਲੀਕੇਸ਼ਨ ਟੂ ਜਨਰਲਾਈਜੇਸ਼ਨ ਮੀਨਸ ਪਹਿਲਾਂ ਉਸ ਦਾ ਯੂਜ਼ ਹੋਏਗਾ ਜਾਂ ਐਗਜ਼ਾਮਪਲਸ ਹੋਣਗੀਆਂ, ਫਿਰ ਜਨਰਲਾਈਜੇਸ਼ਨ ਹੋਏਗਾ, ਫਿਰ ਉਸਦੇ ਰੂਲਸ ਹੋਣਗੇ। ਤਾਂ ਉਹ ਜਿਵੇਂ ਅਸੀਂ ਪਹਿਲਾਂ ਡਿਫਾਈਨ ਕਰ ਚੁੱਕੇ ਹਾਂ, ਇੰਡਕਟਿਵ ਐਪਰੋਚ। ਨੈਕਸਟ ਵਨ, ਵੇ ਆਫ ਸਪੀਕਿੰਗ ਇਜ਼ ਨੋਨ ਐਜ਼ ਵੇ ਆਫ ਸਪੀਕਿੰਗ ਮੀਨਸ ਭਾਸ਼ਾ ਦੇ ਜੋ ਤਰੀਕੇ ਹੁੰਦੇ ਨੇ, ਗੱਲਬਾਤ ਕਰਨ ਦੇ ਜੋ ਤਰੀਕੇ ਹੁੰਦੇ ਨੇ, ਸਪੀਕਿੰਗ ਦਾ ਜੋ ਅਲੱਗ-ਅਲੱਗ ਮੈਥਡ ਹੁੰਦੇ ਨੇ, ਤਰੀਕੇ ਹੁੰਦੇ ਨੇ, ਉਹਨੂੰ ਅਸੀਂ ਬੋਲਦੇ ਹਾਂ ਡਾਇਲੈਕਟ। ਅਰਲ ਮੀਨਸ ਟੂ ਹੀਅਰ। ਜਿੱਥੇ ਵੀ ਅਰਲ ਮੀਨਿੰਗ ਆ ਗਿਆ, ਜਿੱਥੇ ਆਹ ਵਾਲਾ ਮੀਨਿੰਗ ਆ ਜਾਂਦਾ ਨਾ ਅਰਲ, ਉਹਦਾ ਜਿਹੜਾ ਰਿਲੇਸ਼ਨ ਹੈ ਉਹ ਹੀਅਰ ਨਾਲ ਹੁੰਦਾ ਹੈ, ਸੁਣਨ ਨਾਲ। ਅਨਦਰ ਵਨ, ਡਾਇਰੈਕਟ ਮੈਥਡ ਇਜ਼ ਨੋਨ ਐਜ਼ ਫੋਨੈਟਿਕ ਮੈਥਡ। ਤਾਂ ਡਾਇਰੈਕਟ ਮੈਥਡ ਨੂੰ ਅਸੀਂ ਫੋਨੈਟਿਕ ਮੈਥਡ ਵੀ ਕਹਿ ਦਿੰਦੇ ਹਾਂ। ਨੈਕਸਟ ਹੈਗਾ ਜੀ, ਸੇਮ ਸਾਊਂਡ ਐਂਡ ਡਿਫਰੈਂਟ ਮੀਨਿੰਗਸ। ਮਤਲਬ ਇੱਦਾਂ ਦੇ ਵਰਡਸ ਜਿਨ੍ਹਾਂ ਨੂੰ ਬੋਲਿਆ ਤਾਂ ਇੱਕੋ ਜਿਹਾ ਜਾਂਦਾ ਹੈ, ਸੇਮ ਹੁੰਦੇ ਨੇ ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਬਟ ਉਹਨਾਂ ਦਾ ਜਿਹੜਾ ਮੀਨਿੰਗ ਹੈ ਉਹ ਡਿਫਰੈਂਟ ਹੁੰਦਾ, ਤਾਂ ਉਹਨਾਂ ਨੂੰ ਬੋਲਦੇ ਹਾਂ ਅਸੀਂ ਹੋਮੋਫੋਨਸ। ਫੋਰ ਐਗਜ਼ਾਮਪਲਸ, ਜਿਵੇਂ ਸਾਡੇ ਕੋਲ ਐਗਜ਼ਾਮਪਲ ਹੈ SON ਸਨ ਔਰ SUN ਸਨ। ਤਾਂ ਇਹ ਵੀ ਸਨ ਹੈ, ਇਹ ਵੀ ਸਨ,
ਇੱਕ ਸਨ ਦਾ ਮੀਨਿੰਗ ਹੈ ਪੁੱਤਰ, ਇੱਕ ਸਨ ਦਾ ਮੀਨਿੰਗ ਹੈ ਸੂਰਜ। ਤਾਂ ਇਹ ਸੁਣਨ ਦੇ ਵਿੱਚ ਇੱਕੋ ਜਿਹੇ ਲੱਗ ਰਹੇ ਨੇ ਬਟ ਇਹਨਾਂ ਦਾ ਜਿਹੜਾ ਮੀਨਿੰਗ ਹੈ ਉਹ ਅਲੱਗ ਹੈ। ਤਾਂ ਇਸ ਤਰ੍ਹਾਂ ਦੇ ਵਰਡਸ ਨੂੰ ਅਸੀਂ ਬੋਲਾਂਗੇ ਹੋਮੋਫੋਨਸ। ਚਲੋ ਜੀ ਨੈਕਸਟ ਤੇ ਚੱਲਦੇ ਹਾਂ। ਅ ਲੈਂਗੁਏਜ ਵਿਚ ਇਜ਼ ਕਾਮਨ ਫਾਰ ਸੇਮ ਗਰੁੱਪ ਬਟ ਨਾਟ ਕਾਮਨ ਫਾਰ ਅਦਰਸ। ਇੱਦਾਂ ਦੀ ਭਾਸ਼ਾ ਜਿਹੜੀ ਕਿਸੇ ਇੱਕ ਗਰੁੱਪ ਦੇ ਲਈ ਤਾਂ ਸਿਮੀਲਰ ਹੋਵੇ ਬਟ ਬਾਕੀਆਂ ਲਈ ਸਿਮੀਲਰ ਨਾ ਹੋਵੇ। ਜਿਵੇਂ ਕਿ ਲਾਅ ਦੀ ਇੱਕ ਲੈਂਗੁਏਜ ਹੁੰਦੀ ਹੈ ਜਾਂ ਫਿਰ ਡਾਕਟਰਾਂ ਦੀ ਇੱਕ ਲੈਂਗੁਏਜ ਹੁੰਦੀ ਹੈ ਜਿਹੜੀ ਸਿਰਫ ਡਾਕਟਰ ਹੀ ਸਮਝ ਸਕਦੇ ਨੇ, ਬਾਕੀ ਨਹੀਂ ਸਮਝ ਸਕਦਾ ਕੋਈ। ਦੈਟ ਇਜ਼ ਰਜਿਸਟਰ। Another one, the repetition of words and sentence is the repetition means ਕਿਸੇ ਚੀਜ਼ ਨੂੰ ਵਾਰ-ਵਾਰ ਦੁਹਰਾਉਣਾ, ਵਾਰ-ਵਾਰ ਬੋਲਣਾ, ਉਹਨੂੰ ਰਿਪੀਟ ਕਰਨਾ। ਤਾਂ ਜੋ ਵਰਡਸ ਜਾਂ ਸੈਂਟੈਂਸ ਦਾ ਰੈਪੀਟੇਸ਼ਨ ਹੈ ਉਹਨੂੰ ਅਸੀਂ ਬੋਲਾਂਗੇ ਡਰਿਲ ਮੈਥਡ ਜਾਂ ਡਰਿਲ ਮੈਥਡ। ਅਨਦਰ ਵਨ, ਸੈਂਟੈਂਸ ਦੈਟ ਡਿਕਲੇਅਰ ਫੈਕਟ। ਇੱਦਾਂ ਦੇ ਸੈਂਟੈਂਸ ਜਿਨ੍ਹਾਂ ਦੇ ਵਿੱਚ ਫੈਕਟ ਹੋਵੇ। ਫਾਰ ਐਗਜ਼ਾਮਪਲ 2 and 2 makes 4, 2 ਤੇ 2 4 ਹੁੰਦੇ ਨੇ। ਇੱਦਾਂ ਦੇ ਸੈਂਟੈਂਸ ਨੂੰ ਬੋਲਾਂਗੇ ਅਸੀਂ ਅਸਰਟਿਵ ਜਿਨ੍ਹਾਂ ਦੇ ਵਿੱਚ ਫੈਕਟ ਹੋਵੇ, ਜੋ ਸੱਚ ਹੋਣ, ਜੋ ਇੱਕ ਤੱਥ ਦੀ ਗੱਲ ਕਰਨ। ਅਨਦਰ ਵਨ, ਸੈਂਟੈਂਸ ਐਕਸਪ੍ਰੈਸ ਪ੍ਰੇਅਰ ਔਰ ਵਿਸ਼। ਇੱਦਾਂ ਦੇ ਸੈਂਟੈਂਸ ਜਿਨ੍ਹਾਂ ਦੇ ਵਿੱਚ ਵਿਸ਼ ਕੀਤੀ ਜਾਂਦੀ ਹੈ ਜਾਂ ਪ੍ਰੇਅਰ ਕੀਤੀ ਜਾਂਦੀ ਹੈ। ਇੱਦਾਂ ਦੇ ਸੈਂਟੈਂਸ ਨੂੰ ਅਸੀਂ ਬੋਲਾਂਗੇ ਓਪੈਟੇਟਿਵ। ਅਨਦਰ ਵਨ, ਨੋਨ ਫਿਕਸ਼ਨ ਟੈਕਸਟ, ਫੈਕਟਫੁਲ ਟੈਕਸਟ ਰਿਲੇਟਡ ਟੂ ਸਾਇੰਸ ਐਂਡ ਟੈਕਨੋਲੋਜੀ। ਉਹ ਵਾਲੇ ਟੈਕਸਟ ਜਿਹੜੇ ਸਾਇੰਸ ਐਂਡ ਟੈਕਨੋਲੋਜੀ ਨਾਲ ਰਿਲੇਸ਼ਨ ਰੱਖਦੇ ਨੇ, ਜਿਹੜੇ ਨੋਨ ਫਿਕਸ਼ਨਲ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਬਣਾਉਟੀ ਕਹਾਣੀਆਂ ਨਹੀਂ ਬਣਾਈਆਂ ਜਾਂਦੀਆਂ, ਉਹਨਾਂ ਨੂੰ ਅਸੀਂ ਬੋਲਦੇ ਹਾਂ ਜੀ ਐਕਸਪੋਜ਼ਿਟਰੀ ਟੈਕਸਟ। ਅਨਦਰ ਵਨ, ਆ ਮੈਥਡਸ ਆਫ ਟੀਚਿੰਗ ਸਪੈਲਿੰਗਸ। ਸਪੈਲਿੰਗ ਸਿੱਖਣ ਦੇ ਮੈਥਡ, ਜੋ ਟੀਚਿੰਗ ਦਾ ਮੈਥਡ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਡਿਕਟੇਸ਼ਨ। ਆ ਵੈਰੀਏਸ਼ਨ ਇਨ ਅ ਪਿਚ ਆਫ ਵੋਇਸ ਮੀਨ ਜਦੋਂ ਆਵਾਜ਼ ਦੀ ਪਿਚ ਦੇ ਵਿੱਚ ਵੈਰੀਏਸ਼ਨ ਹੁੰਦਾ ਹੈ, ਉਤਰਾ ਚੜਾਅ ਹੁੰਦਾ ਤਾਂ ਉਸਨੂੰ ਅਸੀਂ ਬੋਲਦੇ ਹਾਂ ਇੰਟੋਨੇਸ਼ਨ। ਤਾਂ ਫਰੈਂਡਸ ਇੱਕ ਗੱਲ ਧਿਆਨ ਰੱਖਣ ਯੋਗ ਹੈ, ਜਿੱਥੇ ਇੰਟੋਨੇਸ਼ਨ ਵਰਡ ਆਉਂਦਾ ਔਰ ਜਿੱਥੇ ਪਿਚ ਆਉਂਦਾ ਤਾਂ ਉਹਦਾ ਰਿਲੇਸ਼ਨ ਹੋਏਗਾ ਸਾਊਂਡ ਨਾਲ ਔਰ ਸਪੀਕਿੰਗ ਨਾਲ। ਨੈਕਸਟ ਵਨ, the word phonetics and phonism are related to speaking। ਤਾਂ ਜਿਹੜਾ ਆ ਵਾਲਾ ਵਰਡ ਹੈ ਫੋਨੈਟਿਕਸ ਹੋ ਗਿਆ, ਫੋਨਿਜ਼ਮ ਹੋ ਗਿਆ। ਇੱਥੇ ਫੋਨਿਜ਼ਮ ਦੇ ਦੋਸਤੋ ਸੋਰੀ, ਇੱਥੇ ਫੋਨਿਜ਼ਮ ਦੇ ਜਿਹੜੇ ਸਪੈਲਿੰਗ ਨੇ ਉਹ ਥੋੜ੍ਹਾ ਗਲਤ ਨੇ, ਮੈਂ ਲਿਖ ਦੇਣਾ ਇੱਥੇ PHONEMS। ਜਿਹੜਾ ਵਰਡ ਹੁੰਦਾ ਫੋਨੈਟਿਕਸ ਐਂਡ ਫੋਨਿਜ਼ਮ, ਉਹਨਾਂ ਦਾ ਰਿਲੇਸ਼ਨ ਹੁੰਦਾ ਸਪੀਕਿੰਗ ਨਾਲ, ਬੋਲਣ ਨਾਲ, ਕਨਵਰਸੇਸ਼ਨ ਨਾਲ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕਮਿਊਨੀਕੇਸ਼ਨ ਨਾਲ ਵੀ ਹੋ ਸਕਦਾ ਹੈ। ਨੈਕਸਟ ਵਨ, ਅ ਯੂਨਿਟ ਆਫ ਸਾਊਂਡ ਇਜ਼। ਸਾਊਂਡ ਦੀ ਯੂਨਿਟ ਨੂੰ ਅਸੀਂ ਕੀ ਬੋਲਾਂਗੇ? ਫੋਨਿਜ਼ਮ, ਜਿੱਦਾਂ ਪਹਿਲਾਂ ਹੀ ਕਹਿ ਚੁੱਕੇ ਹਾਂ, ਫੋਨੈਟਿਕਸ, ਫੋਨਿਜ਼ਮ, ਸਪੀਕਿੰਗ, ਸਾਊਂਡ, ਕਨਵਰਸੇਸ਼ਨ, ਕਮਿਊਨੀਕੇਸ਼ਨ, ਇਹ ਸਾਰੀਆਂ ਚੀਜ਼ਾਂ ਨੂੰ ਇੱਕ ਹੀ ਕੈਟਾਗਰੀ ਦੇ ਵਿੱਚ ਅਸੀਂ ਰੱਖਾਂਗੇ। ਅਨਦਰ ਵਨ, ਇਨ ਪੋਇਟਰੀ ਫਾਰ ਸੇਮ ਰੀਮਿੰਗ ਵਰਡਸ ਯੂਜ਼ਡ ਐਲਿਟਰੇਸ਼ਨ। ਇਹਦਾ ਮੀਨਿੰਗ ਕੀ ਹੈ? ਮੋਸਟਲੀ ਪੋਇਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਐਲਿਟਰੇਸ਼ਨ ਨੂੰ ਜਦੋਂ ਰੀਮਿੰਗ ਵਰਡਸ ਸੇਮ ਹੋਣ। ਫਾਰ ਐਗਜ਼ਾਮਪਲ ਸਲਾਈਟ ਜਾਂ ਫਿਰ ਫਾਈਟ, ਤਾਂ ਇੱਥੇ ਥੋੜ੍ਹਾ ਮੈਚ ਕਰ ਰਿਹਾ ਹੈ ਰੀਮਿੰਗ, ਜਿਹੜਾ ਵਰਡਸ ਨੂੰ ਬੋਲਣ ਦਾ ਮੈਟਰ ਹੈ ਨਾ, ਉਹ ਥੋੜ੍ਹਾ ਮੈਚ ਕਰ ਰਿਹਾ, ਤਾਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਐਲਿਟਰੇਸ਼ਨ। ਨੈਕਸਟ ਵਨ ਦੋਸਤੋ,
speech used for making comparison, ਉਹ ਵਾਲੀ ਸਪੀਚ ਜਿਹੜੀ ਜਿਹਨੂੰ ਅਸੀਂ ਯੂਜ਼ ਕਰਦੇ ਹਾਂ ਕੰਪੈਰੀਜ਼ਨ ਕਰਨ ਲਈ, ਤੁਲਨਾ ਕਰਨ ਲਈ, that is simile. Simile. Parts of words are known as morpheme. Morpheme. Parts of words, morpheme. Next one, a word which is symbolic of something else